ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਹੈ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਸਾਨੂੰ ਆਪਣੇ ਰਾਜ ਵਿੱਚ ਲੈ ਕੇ ਚੱਲਦਾ ਹੈ ਅਤੇ ਕਦੇ ਵੀ ਸਾਨੂੰ ਨਿਰਾਸ਼ ਨਹੀਂ ਛੱਡਦਾ। ਨਿਤ ਪ੍ਰਤੀ ਦਿਨ ਆਪਣੇ ਵਚਨ ਦੀਆਂ ਗੂੜ ਗੱਲਾਂ ਸਾਨੂੰ ਦੱਸ ਕੇ ਆਪਣੇ ਵਿੱਚ ਭਰਪੂਰ ਕਰਦਾ ਹੈ ਅਤੇ ਆਪਣੇ ਰਾਜ ਦੇ ਲਈ ਸਾਨੂੰ ਤਿਆਰ ਕਰਦਾ ਹੈ। ਉਸ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਅੱਜ ਦੇ ਵਚਨ ਦੇ ਵਿੱਚ ਅਸੀਂ ਜੋ ਵੀ ਤੇਰੀ ਸਿੱਖਿਆ ਲਈਏ ਉਸ ਨੂੰ ਆਪਣੇ ਜੀਵਨ ਵਿੱਚ ਅਪਲਾਈ ਕਰ ਤੇਰੇ ਰਾਜ ਦੇ ਜਿਉਂਦੀ ਆਸ ਦੇ ਵਿੱਚ ਅੱਗੇ ਵਧੀਏ ਔਰ ਤੇਰਾ ਹੀ ਨਾਮ ਉੱਚਾ ਕਰੀਏ। ਸੁਣਨ ਵਾਲੇ ਅਤੇ ਬੋਲਣ ਵਾਲੇ ਦੋਨਾਂ ਨੂੰ ਆਪਣੀ ਬੁੱਧ ਸਮਝ ਅਤੇ ਗਿਆਨ ਦੇ, ਤਾਂ ਕਿ ਤੇਰੇ ਰਾਜ ਦੀਆਂ ਗੱਲਾਂ ਨੂੰ ਪ੍ਰਾਪਤ ਕਰਦਿਆਂ ਹੋਇਆਂ ਤੇਰੇ ਨਾਮ ਨੂੰ ਧੰਨਵਾਦ ਦਈਏ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ 'ਚ ਮੰਗਦੇ ਹਾਂ, ਐਵੇਂ। ਪਿਆਰੇ ਅਜ਼ੀਜ਼, ਅੱਜ ਦੇ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਰੋਮੀਆਂ 8 ਅਧਿਆਏ ਉਸ ਦੀ 15 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਜੋ ਫੇਰ ਮੁੜ ਕੇ ਡਰੋ, ਸਗੋਂ ਲੈਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ, ਜਿਸ ਕਰਕੇ ਅਸੀਂ ਅੱਬਾ ਹੇ ਪਿਤਾ ਪੁਕਾਰਦੇ ਹਾਂ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ ਉਹ ਲਿਆ ਹੈ ਆਤਮਿਕ ਜ਼ਿੰਮੇਦਾਰੀ। ਆਤਮਿਕ ਜ਼ਿੰਮੇਦਾਰੀ, ਇਸ ਵਿੱਚ ਸਾਨੂੰ ਇਹ ਚੀਜ਼ ਨਜ਼ਰ ਆਉਂਦੀ ਹੈ, ਕਿਉਂਕਿ ਉਹ ਕਹਿੰਦਾ ਤੁਹਾਨੂੰ ਗੁਲਾਮੀ ਦਾ ਨਹੀਂ ਸਗੋਂ ਪਰਮੇਸ਼ਰ ਦੇ ਪੁੱਤਰ ਹੋਣ ਦਾ ਆਤਮਾ ਮਿਲਿਆ ਹੈ, ਜਿਸ ਕਰਕੇ ਅਸੀਂ ਹੇ ਅੱਬਾ ਹੇ ਪਿਤਾ ਕਹਿ ਕੇ ਪੁਕਾਰਦੇ ਹਾਂ। ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਯੂਨਾਨੀ ਦੇਸ਼ ਦੇ ਵਿੱਚ ਅਮੀਰ ਲੋਕਾਂ ਵਿੱਚ ਇੱਕ ਪ੍ਰਥਾ ਹੈ ਸੀ ਕਿ ਜਦੋਂ ਕੋਈ ਜਵਾਨ 22 ਸਾਲ ਦਾ ਹੋ ਜਾਵੇ ਤਦ ਉਸ ਦਾ ਪਿਤਾ ਉਸ ਦੇ ਮਿੱਤਰ ਅਤੇ ਸਕੇ ਸੰਬੰਧੀਆਂ ਅਤੇ ਗੁਆਂਢੀਆਂ ਨੂੰ ਇਕੱਠੇ ਕਰਕੇ ਕਹਿੰਦਾ ਹੈ ਕਿ ਮੇਰਾ ਪੁੱਤਰ ਹੁਣ ਜਵਾਨ ਅਵਸਥਾ ਵਿੱਚ ਆ ਗਿਆ ਹੈ ਅਤੇ ਮੈਂ ਉਸ ਉੱਤੇ ਭਰੋਸਾ ਰੱਖਦਾ ਹਾਂ। ਅਤੇ ਉਸ ਤੋਂ ਬਾਅਦ ਉਹ ਆਪਣੇ ਪੁੱਤਰ ਦੇ ਹੱਥ ਵਿੱਚ ਇੱਕ ਵੱਡੀ ਚਾਬੀ ਦਿੰਦਾ ਹੈ ਅਤੇ ਕਹਿੰਦਾ ਹੈ, ਹੇ ਮੇਰੇ ਪੁੱਤਰ, ਅੱਜ ਤੋਂ ਮੇਰੇ ਕਾਰੋਬਾਰ ਦਸਤਾਵੇਜ਼ ਉੱਤੇ ਨਾਮ ਦੁਆਰਾ ਹਸਤਾਖਰ ਕਰਨ ਦਾ ਪੂਰਾ ਅਧਿਕਾਰ ਮੈਂ ਤੈਨੂੰ ਦਿੰਦਾ ਹਾਂ। ਇਹੋ ਵਿਚਾਰ ਇਸ ਹਵਾਲੇ ਵਿੱਚ ਵੀ ਦਿੱਤਾ ਗਿਆ ਹੈ ਜੋ ਅਸੀਂ ਪੜ੍ਹਿਆ ਹੈ। ਪਰਮੇਸ਼ਰ ਪਿਤਾ ਇੱਥੇ ਸਾਨੂੰ ਇੱਕ ਰਿਸਪੌਂਸਿਬਿਲਿਟੀ ਦੇ ਰਹੇ ਆ। ਜਦੋਂ ਸਾਨੂੰ ਗੁਲਾਮੀ ਦੇ ਵਿੱਚੋਂ ਉਸਨੇ ਆਜ਼ਾਦ ਕਰ ਦਿੱਤਾ, ਅਸੀਂ ਵਿਸ਼ਵਾਸ ਕਰਕੇ ਉਹਦੇ ਪੁੱਤਰ ਬਣ ਗਏ, ਤਾਂ ਉਹ ਸਾਨੂੰ ਇੱਕ ਜ਼ਿੰਮੇਦਾਰੀ, ਇੱਕ ਰਿਸਪੌਂਸਿਬਿਲਿਟੀ ਸਾਨੂੰ ਦਿੰਦਾ ਹੈ। ਔਰ ਪਹਿਲੀ ਰਿਸਪੌਂਸਿਬਿਲਿਟੀ ਤਾਂ ਸਾਡੀ ਇਹ ਬਣ ਜਾਂਦੀ ਹੈ ਕਿ ਜਿਸ ਪਰਮੇਸ਼ਰ ਨੇ ਮੈਨੂੰ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਵਿੱਚ ਚੁਣ ਕੇ ਇੱਕ ਜ਼ਿੰਮੇਦਾਰੀ ਦਿੱਤੀ ਹੈ, ਉਹ ਜ਼ਿੰਮੇਦਾਰੀ ਆਤਮਿਕ ਤੌਰ ਤੇ ਵਿਸ਼ਵਾਸ ਦੀ ਹੈ। ਮੈਂ ਉਹਦੇ ਆਉਣ ਤੱਕ ਇਸ ਵਿਸ਼ਵਾਸ ਦੀ ਜੋ ਮੇਰੇ ਜੀਵਨ ਵਿੱਚ ਇੱਕ ਰਿਸਪੌਂਸਿਬਿਲਿਟੀ ਦਿੱਤੀ ਗਈ ਹੈ ਕਿ ਮੈਂ ਆਪਣਾ ਜੀਵਨ ਵਿਸ਼ਵਾਸ ਦੇ ਨਾਲ ਨਿਸਪਾਪ ਅਤੇ ਨਿਸਵਾਰਥ ਪ੍ਰੇਮ ਦੇ ਨਾਲ ਬਤੀਤ ਕਰਨਾ ਹੈ, ਜਿਸ ਦੇ ਨਾਲ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਪੁੱਤਰ ਵਾਂਗ ਮੇਰੀ ਪਛਾਣ ਹੋਵੇ। ਕਿਉਂਕਿ ਉਸ ਪਰਮੇਸ਼ਰ ਪੁੱਤਰ ਨੇ ਮੇਰੇ ਬਦਲੇ ਆਪਣੀ ਜਾਨ ਦੇ ਕੇ ਮੈਨੂੰ ਮੁੱਲ ਖਰੀਦ ਲਿਆ ਅਤੇ ਮੁੱਲ ਖਰੀਦ ਕੇ ਮੈਨੂੰ ਹੇ ਅੱਬਾ ਹੇ ਪਿਤਾ ਕਹਿਣ ਦਾ ਅਖਤਿਆਰ ਦਿੱਤਾ। ਜਦੋਂ ਇਖਤਿਆਰ ਦਿੱਤਾ ਗਿਆ, ਇਸ ਦਾ ਮਤਲਬ ਪਰਮੇਸ਼ਰ ਨੇ ਮੈਨੂੰ ਇੱਕ ਜ਼ਿੰਮੇਵਾਰੀ ਦੇ ਦਿੱਤੀ ਹੈ ਔਰ ਇਹ ਜ਼ਿੰਮੇਵਾਰੀ ਬਹੁਤ ਹੀ ਗੰਭੀਰਤਾ ਦੇ ਨਾਲ ਬਤੀਤ ਕਰਨ ਵਾਲੀ ਅਤੇ ਨਿਭਾਉਣ ਵਾਲੀ ਹੈ। ਬਤੀਤ ਕਰਨਾ ਅਤੇ ਨਿਭਾਉਣਾ ਮਤਲਬ ਚੱਲਣਾ ਹੈ। ਜਦ ਤੱਕ ਅਸੀਂ ਨਹੀਂ ਚੱਲਦੇ ਹਾਂ
ਤਦ ਤੱਕ ਅਸੀਂ ਰਿਸਪੌਂਸਿਬਿਲਟੀ ਦੇ ਭਾਵ ਆਤਮਿਕ ਜ਼ਿੰਮੇਵਾਰੀ ਦੇ ਪ੍ਰਤੀ ਗੰਭੀਰ ਨਹੀਂ ਹਾਂ। ਮੈਂ ਆਪ ਨੂੰ ਦੱਸਣਾ ਚਾਹੁੰਦਾ, ਪਰਮੇਸ਼ਰ ਸਾਨੂੰ ਜਵਾਨੀ ਦੇ ਹਾਲਾਤ ਦਾ ਆਤਮਾ ਦਿੰਦਾ ਹੈ। ਸਾਡੇ ਵਿੱਚੋਂ ਜ਼ਿਆਦਾਤਰ ਆਤਮਿਕ ਤੌਰ ਤੇ ਬਾਲਕ ਹੀ ਬਣੇ ਰਹਿੰਦੇ ਆ। ਬਾਲਕ ਬਣਨ ਦਾ ਮਤਲਬ ਉਹ ਆਪਣਾ ਕੱਪੜੇ ਪਾਉਂਦੇ ਆ, ਤਿਆਰ ਹੁੰਦੇ ਆ ਅਤੇ ਚਰਚ ਵਿੱਚ ਆਉਂਦੇ ਆ, ਚਰਚ ਵਿੱਚ ਆ ਕੇ ਗਾਣੇ ਗਾਉਂਦੇ ਆ, ਵਚਨ ਪੜ੍ਹ ਕੇ ਚਲੇ ਜਾਂਦੇ ਆ। ਅਦਰ ਰਿਸਪੌਂਸਿਬਿਲਟੀ ਸਾਡੇ ਜੀਵਨ ਦੇ ਵਿੱਚ ਕੀ ਹੈ, ਉਸ ਦਾ ਕੋਈ ਮੀਨਿੰਗ ਨਹੀਂ। ਕਈ ਲੋਕ ਆਪਣਾ ਚਰਚ ਦੇ ਵਿੱਚ ਆਉਂਦੇ ਆ, ਬੜੇ ਜੋਸ਼ ਦੇ ਨਾਲ ਗੀਤ ਗਾਉਂਦੇ ਆ ਅਤੇ ਉਹਨਾਂ ਵਿੱਚ ਜੋਸ਼ ਹੁੰਦਾ ਹੈ। ਜਦੋਂ ਵਚਨ ਦੀ ਗੱਲ ਆਉਂਦੀ ਹੈ ਤਾਂ ਉਹ ਵਚਨ ਦੇ ਵੇਲੇ ਕੀ ਕਰਦੇ ਆ, ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੈ। ਫਿਰ ਐਂ ਦੇਖਦੇ ਆ, ਫਿਰ ਥੋੜੀ ਦੇਰ ਆਪਣਾ ਵਚਨ ਚੱਲਦਾ, ਪ੍ਰਭੂ ਨੇ ਇਸ ਤਰ੍ਹਾਂ ਕਿਹਾ। ਉਹਨਾਂ ਦੇ ਜੀਵਨ ਦੇ ਵਿੱਚ ਵਚਨ ਨੂੰ ਸੁਣਨ ਦੀ ਅਤੇ ਵਚਨ ਦੇ ਦੁਆਰਾ ਜੋ ਸਾਨੂੰ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ, ਵਚਨ ਦੇ ਦੁਆਰਾ ਜੋ ਪਰਮੇਸ਼ਰ ਮੈਨੂੰ ਕਹਿ ਰਿਹਾ ਹੈ, ਉਸ ਨੂੰ ਉਹਨਾਂ ਦੇ ਅੰਦਰ ਸਵੀਕਾਰ ਕਰਨ ਦੀ ਮਨਸ਼ਾ ਨਹੀਂ ਹੁੰਦੀ ਹੈ। ਉਹ ਬੱਚੇ ਹੀ ਰਹਿਣਾ ਮੰਗਦੇ ਆ, ਉਹ ਅੱਗੇ ਵਧਣਾ ਨਹੀਂ ਮੰਗਦੇ ਆ। ਪਰ ਪਰਮੇਸ਼ਰ ਨੇ ਮੈਨੂੰ ਬੱਚੇ ਰਹਿਣ ਦੇ ਲਈ ਨਹੀਂ, ਅੱਗੇ ਵਧਣ ਦੇ ਲਈ ਮੈਨੂੰ ਆਪਣਾ ਜੀਵਨ ਦਿੱਤਾ। ਮੈਂ ਇੱਕ ਵਚਨ ਆਪ ਦੇ ਨਾਲ ਪੜ੍ਹਨਾ ਚਾਹੁੰਦਾ ਹਾਂ। ਜਦੋਂ ਅਸੀਂ ਪਹਿਲਾ ਪਤਰਸ ਉਸ ਦਾ 2 ਅਧਿਆਏ ਪੜ੍ਹਦੇ ਹਾਂ ਤਾਂ ਉੱਥੇ ਪਤਰਸ ਮੈਨੂੰ ਅਤੇ ਆਪ ਨੂੰ ਇੱਕ ਗੱਲ ਸਿਖਾ ਰਿਹਾ ਹੈ। ਪਹਿਲਾ ਪਤਰਸ ਉਸ ਦਾ 2 ਅਧਿਆਏ ਕਹਿੰਦਾ, ਇਸ ਕਾਰਨ ਤੁਸੀਂ ਸਾਰੀ ਬਦੀ, ਸਾਰਾ ਛਲ ਕਪਟ ਅਤੇ ਖਾਰ ਦੀਆਂ ਸਾਰੀਆਂ ਚੁਗਲੀਆਂ ਨੂੰ ਛੱਡ ਕੇ ਨਵੇਂ ਜੰਮਿਆ ਹੋਇਆ ਬੱਚਾ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ। ਭਾਈ ਤੁਸੀਂ ਉਸ ਨਾਲ ਮੁਕਤੀ ਲਈ ਵੱਧਦੇ ਜਾਓ। ਉੱਥੇ ਬਾਲਕ ਬਣੇ ਰਹਿਣ ਦੀ ਗੱਲ ਨਹੀਂ ਕਰ ਰਿਹਾ। ਜਦੋਂ ਅਸੀਂ ਪਾਪ ਤੋਂ, ਸਾਰੇ ਬਲ ਛਲ ਤੋਂ, ਨਿੰਦਾ ਤੋਂ, ਚੁਗਲੀ ਤੋਂ ਆਜ਼ਾਦ ਹੋ ਗਏ, ਅਸੀਂ ਤੌਬਾ ਕਰ ਲਈ। ਤੌਬਾ ਕੀ ਕੀਤੀ ਕਿ ਪ੍ਰਭੂ ਹੁਣ ਮੇਰੇ ਪਾਪਾਂ ਦੇ ਲਈ ਤੂੰ ਕਲਵਰੀ ਕਰੂਸ ਦੇ ਉੱਤੇ ਮਾਰਿਆ ਗਿਆ ਅਤੇ ਮੇਰੇ ਪਾਪ ਨੂੰ ਬਖਸ਼ਣ ਦੇ ਲਈ ਆਪਣਾ ਕੀਮਤੀ ਲਹੂ ਬਹਾਇਆ। ਇਹ ਮੈਂ ਵਿਸ਼ਵਾਸ ਕਰਦਾ ਕਿ ਤੇਰੇ ਪਿਆਰੇ ਪੁੱਤਰ ਦੇ ਬਲੀਦਾਨ ਦੇ ਰਾਹੀਂ ਮੇਰਾ ਜੀਵਨ ਪਾਪ ਤੋਂ ਬਚ ਗਿਆ। ਔਰ ਮੈਂ ਮੰਨਦਾ ਹਾਂ ਕਿ ਤੂੰ ਮੇਰੇ ਜੀਵਨ ਦਾ ਕਰਤਾ ਪ੍ਰਭੂ ਹੈ ਅਤੇ ਹੁਣ ਮੇਰਾ ਜੀਵਨ ਮੇਰਾ ਨਹੀਂ ਤੇਰਾ ਹੈ। ਮੈਂ ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਨਾਂ ਤੇ ਮੰਗਦਾ ਹਾਂ। ਜਦੋਂ ਅਸੀਂ ਇਹ ਗੱਲ ਸਵੀਕਾਰ ਕਰਦੇ ਹਾਂ ਤਾਂ ਮੇਰੇ ਵਿੱਚ ਸਪਿਰਿਟ ਆ ਜਾਂਦਾ ਹੈ। ਜਦੋਂ ਸਪਿਰਿਟ ਆ ਜਾਂਦਾ ਹੈ ਤਾਂ ਉਹ ਮੈਨੂੰ ਪਰਮੇਸ਼ਰ ਦੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਮੈਨੂੰ ਸਜਗ ਕਰਦਾ ਹੈ। ਸਜਗ ਕਰਦਾ ਹੈ ਮਤਲਬ ਕਿ ਮੈਨੂੰ ਉਸ ਦੇ ਪ੍ਰਤੀ ਬਹੁਤ ਚੁਕੰਨਾ ਕਰਕੇ ਅੱਗੇ ਵਧਣ ਦੇ ਲਈ ਮੇਰੀ ਸਹਾਇਤਾ ਕਰਦਾ ਹੈ। ਪਹਿਲਾਂ ਜਦੋਂ ਮੈਂ ਬਾਲਕ ਸਾਂ ਮੈਨੂੰ ਦੁੱਧ ਦੀ ਲੋੜ ਸੀ। ਜਦੋਂ ਮੈਂ ਥੋੜਾ ਜਿਹਾ ਬੜਾ ਹੋਇਆ ਤਾਂ ਮੈਨੂੰ ਦਲੀਏ ਅਤੇ ਖਿਚੜੀ ਦੀ ਲੋੜ ਸੀ। ਔਰ ਜਦੋਂ ਮੈਂ ਹੋਰ ਵੱਧ ਗਿਆ ਤਾਂ ਮੈਨੂੰ ਅੰਨ ਦੀ ਲੋੜ ਪਈ। ਔਰ ਅੰਨ ਜਿਹੜਾ ਹੈ ਇਹ ਸਾਡੇ ਜ਼ਿੰਮੇਵਾਰੀਆਂ ਨੂੰ, ਸਾਡੀਆਂ ਜੋ ਗੰਭੀਰ ਸਾਨੂੰ ਆਪਣਾ ਕੰਮ ਦਿੱਤੇ ਗਏ ਉਹਨਾਂ ਦੇ ਪ੍ਰਤੀ ਵਿਸ਼ਵਾਸ ਵਿੱਚ ਬਣੇ ਰਹਿਣ ਨੂੰ ਦੱਸਦਾ ਹੈ। ਆਦਮ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਗਈ ਸੀ, ਪੂਰੇ ਜਿੰਨਾ ਵੀ ਤੈਨੂੰ ਸ੍ਰਿਸ਼ਟੀ ਦਾ ਬਾਗ ਦਿੱਤਾ ਗਿਆ, ਉਸ ਬਾਗ ਦੇ ਵਿੱਚ ਤੈਂ ਉਸ ਦੀ ਰੱਖਿਆ ਕਰਨੀ ਹੈ, ਉਸ ਨੂੰ ਸੰਭਾਲਣਾ ਹੈ। ਪਰ ਬਾਗ ਦੇ ਵਿੱਚ ਇੱਕ ਭਲੇ ਬੁਰੇ ਦੀ ਸਿਆਣ ਦੇ ਵ੍ਰਿਕਸ਼ ਦੇ ਵਿੱਚੋਂ ਤੈਂ ਫਲ ਨਹੀਂ ਖਾਣਾ। ਉਹ ਇਸ ਜ਼ਿੰਮੇਵਾਰੀ ਤੋਂ ਚੁੱਕ ਗਿਆ ਤੇ ਪਾਪ ਵਿੱਚ ਗਿਰ ਗਿਆ। ਉਸ ਪਾਪ ਦੇ ਨਾਲ ਅਸੀਂ ਸਾਰੇ ਪਾਪ ਦੇ ਲਪੇਟੇ ਵਿੱਚ ਆ ਗਏ। ਪਰ ਪਰਮੇਸ਼ਰ ਨੇ ਸਾਨੂੰ ਪਾਪ ਦੇ ਵਿੱਚ ਰਹਿਣ ਨਹੀਂ ਦਿੱਤਾ। ਉਸਨੇ ਪਾਪ ਤੋਂ ਬਚ ਜਾਣ ਦੇ ਲਈ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਸਾਨੂੰ ਪਾਪਾਂ ਤੋਂ ਬਚ ਜਾਣ ਦਾ ਵਸੀਲਾ ਦਿੱਤਾ। ਔਰ ਜਦੋਂ ਅਸੀਂ ਉਸ ਵਸੀਲੇ ਵਿੱਚ ਆ ਗਏ ਤਦ ਉਹ ਸਾਨੂੰ ਰਿਸਪੌਂਸਿਬਿਲਟੀ ਦੇ ਰਿਹਾ ਹੈ ਆਪਣੇ ਸਵਰਗ ਰਾਜ ਦੀ ਵਿਸ਼ਵਾਸ ਵਿੱਚ ਅੱਗੇ ਵਧਣਾ। ਵਿਸ਼ਵਾਸ ਵਿੱਚ ਅੱਗੇ ਵਧਣ ਦਾ ਪਹਿਲਾ ਕਦਮ ਸਾਡਾ ਕੀ ਹੈ? ਪਰਮੇਸ਼ਵਰ ਦੇ ਵਚਨ ਦੀ ਸੰਗਤੀ ਵਿੱਚ ਲੱਗੇ ਰਹਿਣਾ। ਬਹੁਤੇ ਲੋਕ ਕੀ ਕਰਦੇ ਆ? ਉਹ ਐਤਵਾਰ ਦੇ ਮਸੀਹੀ ਬਣ ਜਾਂਦੇ ਆ।
बाकी दिन का कोई महत्व नहीं। बाइबल अध्ययन कलीसिया दे विच चलदी है, प्रार्थना सभा कलीसिया दे विच चलदी है, सिस्टर्स मीटिंग कलीसिया दे विच चलदी है, और इस दे नाल गुड न्यूज़ क्लब चलदा है, कॉटेज मीटिंग चलदी है, आउटरीच वर्क चलदा है, और VVS क्लासेस चलदियां ने, टीनेजर क्लासेस चलदियां ने, यूथ मीटिंग चलदी है। उन्हां दा इन्हां नाल कोई मतलब नहीं। बस ਐਤਵਾਰ ਦੇ ਮਸੀਹ ਐਤਵਾਰ ਨੂੰ ਗਏ, ਅਸੀਂ ਉਹ ਕੰਮ ਕਰ ਲਿਆ, ਅਗਲੇ ਦਿਨ ਦਾ ਕੋਈ ਮਹੱਤਵ ਨਹੀਂ। ਵਾਟ ਇਜ਼ ਦਾ ਮੀਨਿੰਗ ਆਫ ਬਾਈਬਲ ਸਟੱਡੀ? ਬਾਈਬਲ ਸਟੱਡੀ ਦਾ ਕੀ ਮਤਲਬ ਹੈ ਉਹਨਾਂ ਨੂੰ ਪਤਾ ਨਹੀਂ। ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ, ਬਾਈਬਲ ਸਟੱਡੀ ਕਰਨ ਦੇ ਨਾਲ ਹੀ ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਯੋਜਨਾ ਜਾਣਨ ਦੇ ਲਈ, ਪਰਮੇਸ਼ਵਰ ਦਾ ਮੇਰੇ ਜੀਵਨ ਦੇ ਵਿੱਚ ਕੀ ਪ੍ਰਯੋਜਨ ਹੈ ਉਸ ਦੇ ਲਈ, ਪਰਮੇਸ਼ਵਰ ਮੈਨੂੰ ਕਿੱਥੇ ਲੈ ਕੇ ਜਾਣਾ ਉਸ ਦੀ ਯੋਜਨਾ, ਪਰਮੇਸ਼ਵਰ ਨੇ ਮੈਨੂੰ ਆਪਣੇ ਸੇਵਾ ਦੇ ਲਈ ਕਿਉਂ ਬੁਲਾਇਆ ਅਤੇ ਕਿਉਂ ਚੁਣਿਆ, ਉਸ ਦਾ ਪਤਾ ਬਾਈਬਲ ਅਧਿਐਨ ਕਰਕੇ ਹੀ ਪਤਾ ਲੱਗਦਾ ਹੈ। ਲੋਕ ਬਾਈਬਲ ਅਧਿਐਨ ਕਰਨ ਤੋਂ ਬਹੁਤ ਜ਼ਿਆਦਾ ਪਿੱਛੇ ਹੈ। ਉਹ ਬਾਈਬਲ ਦੇ ਆਪਣਾ ਕਿਤਾਬਾਂ ਨੂੰ, ਬਾਈਬਲ ਦੇ ਵਚਨ ਨੂੰ, ਬਾਈਬਲ ਦੇ ਗੂੜ ਰਹੱਸਿਆਂ ਨੂੰ ਸਿੱਖਣਾ ਨਹੀਂ ਮੰਗਦੇ। ਵਿਸ਼ਵਾਸ ਤੋਂ ਅੱਗੇ ਜਿਹੜੀ ਰਿਸਪੌਂਸਿਬਿਲਟੀ ਹੈ ਪਰਮੇਸ਼ਰ ਦੇ ਵਚਨ ਨੂੰ ਸਿੱਖਣਾ। ਬਾਈਬਲ ਦੇ ਵਿੱਚ ਪਰਮੇਸ਼ਰ ਨੇ ਯਹੋਸ਼ੂ ਨੂੰ ਇਹੋ ਕਿਹਾ ਸੀਗਾ ਕਿ ਇਹ ਵਿਵਸਥਾ ਦੀ ਪੋਥੀ ਤੇਰੇ ਮੁਖ ਤੋਂ ਕਦੇ ਵੱਖਰੀ ਨਾ ਹੋਵੇ, ਸਗੋਂ ਦਿਨ ਰਾਤ ਉਸ ਉੱਤੇ ਧਿਆਨ ਕਰੀ ਅਤੇ ਉਸ ਦੇ ਅਨੁਸਾਰ ਚੱਲੀ, ਤਾਂ ਤੇਰਾ ਬੋਲਬਾਲਾ ਹੋਵੇਗਾ ਅਤੇ ਤੂੰ ਸਫਲ ਹੋਵੇਂਗਾ। ਬਾਈਬਲ ਸਟੱਡੀ ਦੇ ਵਿੱਚ ਮੈਂ ਹਰ ਇੱਕ ਚੀਜ਼ ਦਾ ਆਪਣੇ ਜੀਵਨ ਦੇ ਵਿੱਚ ਨਿਸਤਾਰਾ ਪ੍ਰਾਪਤ ਕਰਦਾ ਹਾਂ, ਯੋਜਨਾ ਪ੍ਰਾਪਤ ਕਰਦਾ ਹਾਂ, ਛੁਟਕਾਰਾ ਪ੍ਰਾਪਤ ਕਰਦਾ ਹਾਂ। ਇਸ ਦੇ ਨਾਲ ਅਗਰ ਮੇਰੇ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦੀ ਸਮੱਸਿਆ ਹੈ, ਜਦੋਂ ਮੈਂ ਪਰਮੇਸ਼ਰ ਦੇ ਵਚਨ ਕੋਲ ਬੈਠ ਕੇ ਸਿੱਖਦਾ, ਕਲੀਸਿਆ ਦੇ ਵਿੱਚ ਸਿੱਖਦਾ, ਤਾਂ ਪ੍ਰਭੂ ਮੇਰੇ ਨਾਲ ਗੱਲ ਕਰਕੇ ਮੇਰੇ ਜੀਵਨ ਦੇ ਉਹਨਾਂ ਪਲਾਂ ਨੂੰ ਸੁਧਾਰਦਾ ਹੈ। ਜੋ ਮੇਰੇ ਵਿੱਚ ਰੁਕਾਵਟ ਹੈ ਉਸ ਰੁਕਾਵਟ ਨੂੰ ਦੂਰ ਕਰਦਾ ਹੈ। ਜੋ ਮੇਰੇ ਜੀਵਨ ਦੇ ਵਿੱਚ ਮੈਨੂੰ ਜਿਹੜੀਆਂ ਚੀਜ਼ਾਂ ਸਤਾਉਂਦੀਆਂ ਹੈ ਉਹਨਾਂ ਚੀਜ਼ਾਂ ਦਾ ਹੱਲ ਆਪਣੇ ਵਚਨ ਦੇ ਰਾਹੀਂ ਕਰਦਾ ਹੈ। ਅਸੀਂ ਕੀ ਕਰ ਰਹੇ ਹਾਂ? ਕਲੀਸਿਆ ਦੇ ਵਿੱਚ ਅਗਰ ਅਸੀਂ ਦੇਖਿਆ ਜਾਵੇ ਤਾਂ ਮਕਾਨ 4 ਮਤਲਬ ਕਿ ਪਿੱਲਰਾਂ ਦੇ ਉੱਤੇ ਉਹਦੀ ਛੱਤ ਖੜੀ ਹੁੰਦੀ ਹੈ। ਜੇ ਇੱਕ ਵੀ ਪਿੱਲਰ ਉਹਨਾਂ ਵਿੱਚੋਂ ਗਿਰ ਜਾਵੇ ਤਾਂ ਉਹ ਛੱਤ ਕਦੇ ਬਣੀ ਨਹੀਂ ਰਹਿੰਦੀ ਹੈ। 4 ਪਿਲਰ ਪਰਮੇਸ਼ਵਰ ਨੇ, 4 ਰਿਸਪੌਂਸਿਬਿਲਟੀ ਹਰ ਇੱਕ ਵਿਸ਼ਵਾਸੀ ਨੂੰ ਦਿੱਤੀਆਂ ਹੋਈਆਂ ਨੇ। ਕੀ ਆਪਣਾ ਰਿਸਪੌਂਸਿਬਿਲਟੀ ਹੈ? ਸੰਗਤੀ ਕਰਨਾ, ਰੋਟੀ ਦੇ ਵਿੱਚ ਆਪਣਾ ਹਿੱਸਾ ਲੈਣਾ, ਪ੍ਰਭੂ ਭੋਜ ਦੇ ਵਿੱਚ ਹਿੱਸਾ ਲੈਣਾ, ਬਾਈਬਲ ਨੂੰ ਸਿੱਖਣਾ ਅਤੇ ਪ੍ਰਾਰਥਨਾ ਕਰਨਾ। ਇਹ 4 ਅਜਿਹੇ ਪਹੀਏ ਹੈ ਸਾਡੇ ਜਿਹੜੇ ਸਾਨੂੰ ਦਿਨ ਪ੍ਰਤੀ ਦਿਨ ਜਿਉਂਦੀ ਆਸ ਪ੍ਰਭੂ ਯਿਸੂ ਮਸੀਹ ਦੇ ਉਸ ਉਥਾਨ ਵੱਲ ਸਾਨੂੰ ਲਈ ਜਾਂਦੇ ਆ। ਪਰ ਬਹੁਤੇ ਲੋਕ ਕੀ ਕਰਦੇ ਆ? ਸੰਗਤੀ ਤਾਂ ਕਰਦੇ ਆ, ਬਾਈਬਲ ਅਧਿਐਨ ਨਹੀਂ ਕਰਦੇ, ਪ੍ਰਾਰਥਨਾ ਨਹੀਂ ਕਰਦੇ ਅਤੇ ਪ੍ਰਭੂ ਦੀ ਮੇਜ਼ ਵਿੱਚ ਸ਼ਾਮਲ। ਉਹ ਰਿਸਪੌਂਸਿਬਿਲਟੀ ਸਮਝਦੇ ਨਹੀਂ। ਜਿਹੜੇ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਸਮਝਦੇ, ਜਿਹੜੇ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਆ, ਪਰਮੇਸ਼ਰ ਇੱਕ ਦਿਨ ਉਹਨਾਂ ਦਾ ਨਿਆਂ ਲਵੇਗਾ। ਇਹਦੇ ਵਿੱਚ ਕੋਈ ਗੱਲ ਛੁਪੀ ਹੋਈ ਨਹੀਂ ਹੈ। ਮੈਂ ਆਪ ਨੂੰ ਇੱਕ ਗੱਲ ਆਪ ਦੇ ਅੱਗੇ ਦੱਸਣਾ ਚਾਹੁੰਦਾ ਹਾਂ। ਪਹਿਲਾ ਤਿਮੋਥੀਅਸ ਉਸ ਦਾ 5 ਅਧਿਆਇ ਉਸ ਦੀ 8 ਆਇਤ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਉਸ ਦੇ ਉੱਤੇ ਧਿਆਨ ਫਰਾਉਣਾ ਜੋ ਪਰਮੇਸ਼ਰ ਦਾ ਵਚਨ ਮੇਰੇ ਨਾਲ ਗੱਲ ਕਰ ਰਿਹਾ ਹੈ। ਪਹਿਲਾ ਤਿਮੋਥੀਅਸ 5 ਅਧਿਆਇ ਉਸ ਦੀ 8 ਆਇਤ ਦੇ ਵਿੱਚ ਇੱਥੇ ਲਿਖਿਆ ਹੈ, ਪਰ ਜੇ ਕੋਈ ਆਪਣੇ ਲਈ ਖਾਸ ਕਰਕੇ ਆਪਣੇ ਘਰਾਣੇ ਦੇ ਅੱਗੋਂ ਹੀ ਤਰਦਦ ਨਹੀਂ ਕਰਦਾ ਹੈ ਤਾਂ ਉਹ ਨੇਚਾ ਤੋਂ ਬੇਮੁਖ ਹੋਇਆ ਹੈ ਅਤੇ ਬੇਪਰਤੀਤੇ ਨਾਲੋਂ ਬੁਰਾ ਹੈ। ਇਹਦਾ ਮਤਲਬ ਜਿਹੜਾ ਮਿਹਨਤ ਨਹੀਂ ਕਰ ਰਿਹਾ ਹੈ, ਜਿਹੜਾ ਜ਼ਿੰਮੇਵਾਰੀ ਦੇ ਨਾਲ ਕੰਮ ਨਹੀਂ ਕਰ ਰਿਹਾ ਹੈ, ਉਹ ਪਰਮੇਸ਼ਰ ਤੋਂ ਦੂਰ ਹੋ ਗਿਆ ਹੈ। ਇਸ ਦੇ ਨਾਲ ਮੈਂ ਪਹਿਲਾ ਕੁਰਿੰਥੀਆਂ 3 ਅਧਿਆਇ ਉਸ ਦੀ 8 ਆਇਤ ਵੀ ਆਪ ਦੇ ਨਾਲ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੋਇਆ ਹੈ, ਕਹਿੰਦਾ ਹੈ, ਲਾਉਣ ਵਾਲਾ ਅਤੇ ਸਿੰਜਣ ਵਾਲਾ ਦੋਨੋਂ ਇੱਕ ਹਨ, ਪਰ ਹਰੇਕ ਆਪੋ ਆਪਣੀ ਮਿਹਨਤ ਦੇ ਅਨੁਸਾਰ ਆਪਣਾ ਫਲ ਪਾਵੇਗਾ। ਲਾਉਣ ਵਾਲਾ, ਕਿਹਨੇ ਪ੍ਰਚਾਰ ਕੀਤਾ ਹੈ,
ਕਿਹਨੇ ਜਾ ਕੇ ਉਸ ਫਰੂਟ ਦੇ ਉੱਤੇ ਮਿਹਨਤ ਕੀਤੀ ਹੈ, ਜਿਹਨੇ ਵਧਾਇਆ, ਉਹਨਾਂ ਦੋਹਾਂ ਨੂੰ ਹੀ ਪ੍ਰਤੀਫਲ ਮਿਲੇਗਾ। ਬਾਈਬਲ ਦੇ ਵਿੱਚ ਮੈਂ ਇੱਕ ਅਕਸਰ ਖੰਡ ਪੜ੍ਹਦਾ ਹਾਂ, ਪ੍ਰਭੂ ਦੇ ਘਰ ਦੇ ਵਿੱਚ ਹਰ ਇੱਕ ਦੇ ਲਈ ਮਜ਼ਦੂਰੀ ਹੈ। ਬੜੀ ਵੱਡੀ ਗੱਲ ਹੈ, ਪ੍ਰਭੂ ਦੇ ਘਰ ਦੇ ਵਿੱਚ ਹਰ ਇੱਕ ਦੇ ਲਈ ਮਜ਼ਦੂਰੀ ਹੈ। ਜਿਹੜੇ ਉੱਥੇ ਜਾ ਕੇ ਕੰਮ ਕਰਨਾ ਚਾਹੁੰਦੇ ਆ, ਉਹਨਾਂ ਸਭਨਾਂ ਨੂੰ ਇੱਕੋ ਜਿਹੀ ਮਜ਼ਦੂਰੀ ਮਿਲਦੀ ਹੈ, ਪਰ ਕੰਮ ਕਰਨਾ ਹੈ। ਚਾਹੇ ਉਹ 1 ਘੰਟੇ ਦਾ, ਚਾਹੇ 2 ਘੰਟੇ ਦਾ, ਚਾਹੇ 3 ਘੰਟੇ, ਚਾਹੇ ਪੂਰੇ ਦਿਨ ਦਾ ਕਰਨਾ ਹੈ। ਯੂਅਰ ਰਿਸਪੌਂਸਿਬਿਲਿਟੀ, ਮੇਰੀ ਜ਼ਿੰਮੇਵਾਰੀ ਹੈ ਤਾਂ ਆਪ ਦੀ ਵੀ ਜ਼ਿੰਮੇਵਾਰੀ ਹੈ। ਸਾਡੀ ਜ਼ਿੰਮੇਵਾਰੀ ਕੀ ਹੈ? ਬਾਈਬਲ ਦੇ ਵਿੱਚ ਲਿਖਿਆ, ਜਾਓ ਜਾ ਕੇ ਸਰਵੱਤ ਸ੍ਰਿਸ਼ਟੀ ਦੇ ਵਿੱਚ ਮੇਰੀ ਖੁਸ਼ਖਬਰੀ ਦਾ ਪ੍ਰਚਾਰ ਕਰੋ। ਪਰਮੇਸ਼ਵਰ ਨੇ ਇਹ ਇੱਕ ਐਲਾਨ ਹਰ ਇੱਕ ਵਿਸ਼ਵਾਸੀ ਨੂੰ ਦਿੱਤਾ ਹੋਇਆ ਹੈ। ਚਾਹੇ ਉਹ ਦਰਜੀ ਹੈ, ਚਾਹੇ ਉਹ ਮੇਸਨ ਹੈ, ਚਾਹੇ ਉਹ ਮਕੈਨਿਕ ਹੈ, ਚਾਹੇ ਉਹ ਆਪਣਾ ਟੀਵੀ ਮਕੈਨਿਕ ਹੈ, ਚਾਹੇ ਉਹ ਗੱਡੀਆਂ ਠੀਕ ਕਰਨ ਵਾਲਾ ਹੈ, ਚਾਹੇ ਉਹ ਝਾੜੂ ਮਾਰਨ ਵਾਲਾ ਹੈ, ਚਾਹੇ ਉਹ ਰਸੋਈਆ ਹੈ, ਚਾਹੇ ਉਹ ਕਿਸੇ ਪ੍ਰਕਾਰ ਦਾ ਮਜ਼ਦੂਰ ਹੈ, ਹਰ ਇੱਕ ਵਰਗ ਦੇ ਲਈ ਪਰਮੇਸ਼ਵਰ ਨੇ ਰਿਸਪੌਂਸਿਬਿਲਿਟੀ ਦਿੱਤੀ ਹੈ। ਜਿਹੜਾ ਇਸ ਦੇ ਅਨੁਸਾਰ ਕੰਮ ਕਰ ਰਿਹਾ, ਪਰਮੇਸ਼ਵਰ ਉਸ ਨੂੰ ਆਪਣੇ ਸਿੰਘਾਸਨ ਤੋਂ ਉਹਨਾਂ ਨੂੰ ਇਨਾਮ ਦੇਵੇਗਾ। ਕਿਸੇ ਨੂੰ ਭਲਾਈ ਕਰਨ ਦਾ ਹੈ, ਕਿਸੇ ਨੂੰ ਪ੍ਰਚਾਰ ਕਰਨ ਦਾ ਹੈ, ਕਿਸੇ ਨੂੰ ਨਬੂਵਤ ਕਰਨ ਦਾ, ਹਰ ਇੱਕ ਦੇ ਵਿੱਚ ਪਰਮੇਸ਼ਵਰ ਨੇ ਆਪਣੀ ਇੱਕ ਰਿਸਪੌਂਸਿਬਿਲਿਟੀ, ਇੱਕ ਜ਼ਿੰਮੇਵਾਰੀ ਦਿੱਤੀ ਹੋਈ ਹੈ। ਇਹ ਜ਼ਿੰਮੇਵਾਰੀ ਜਦ ਤੱਕ ਮੈਂ ਨਹੀਂ ਨਿਭਾਉਂਦਾ, ਉਦੋਂ ਤੱਕ ਮੈਂ ਪਰਮੇਸ਼ਵਰ ਦੇ ਵਚਨ ਤੋਂ ਦੂਰ ਹਾਂ। ਰੋਮੀਆਂ 14 ਦਾ 1 ਵੀ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਰੋਮੀਆਂ ਦੀ ਪੁਸਤਕ 14 ਦਾ 1, ਇੱਥੇ ਲਿਖਿਆ ਹੋਇਆ ਹੈ, ਜਿਹੜਾ ਕੋਈ ਨੇਚਾ ਵਿੱਚ ਕੱਚਾ ਹੈ, ਉਹਨੂੰ ਆਪਣੀ ਸੰਗਤ ਵਿੱਚ ਰਲਾ ਲਓ, ਭਾਈ ਭਰਮਾਂ ਦੇ ਵਿਖੇ ਫੈਸਲੇ ਲਈ ਨਹੀਂ। ਇਹਦਾ ਮਤਲਬ ਕਮਜ਼ੋਰ ਨੂੰ, ਜਿਹੜਾ ਕਮਜ਼ੋਰ ਹੈ, ਮੇਰੀ ਜ਼ਿੰਮੇਵਾਰੀ ਆ ਉਹਨੂੰ ਆਪਣੇ ਨਾਲ ਲੈ ਕੇ ਚੱਲਣਾ। ਐ ਨਹੀਂ ਕਿ ਉਹਨੂੰ ਛੱਡ ਦੇਣਾ। ਭਾਜੀ ਇਹ ਤਾਂ ਕਰ ਹੀ ਨਹੀਂ ਸਕਦਾ, ਇਹਨੂੰ ਤਾਂ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਨਹੀਂ ਬਦਲ ਸਕਦਾ। ਬਦਲਣਾ ਕੰਮ ਪਰਮੇਸ਼ਰ ਦਾ ਹੈ। ਸਾਡਾ ਕੰਮ ਉਹਨੂੰ ਵਚਨ ਦੱਸਣਾ ਹੈ। ਸਾਡਾ ਕੰਮ ਹੈ ਉਹਨੂੰ ਵਚਨ ਦੇ ਨਾਲ ਤਿਆਰ ਕਰਨਾ ਹੈ, ਭਾਵੇਂ ਉਹ ਸੰਭਲੇ ਜਾਂ ਨਾ ਸੰਭਲੇ। ਇਹ ਤੁਹਾਡੀ ਜ਼ਿੰਮੇਵਾਰੀ ਹੈ। ਆਪਣੀ ਜ਼ਿੰਮੇਵਾਰੀ ਤੋਂ ਭੱਜਣਾ ਨਹੀਂ। ਜੇ ਤੁਸੀਂ ਇਸ ਜ਼ਿੰਮੇਵਾਰੀ ਤੋਂ ਭੱਜਦੇ ਹੋ, ਇਸ ਤੋਂ ਦੂਰ ਹੁੰਦੇ ਹੋ, ਤਾਂ ਪਰਮੇਸ਼ਰ ਮੇਰਾ ਅਤੇ ਆਪ ਦਾ ਨਿਆਂ ਲੈਣ ਵਾਲਾ ਪਰਮੇਸ਼ਰ ਹੈ। ਉਹ ਮੇਰੇ ਤੋਂ ਨਿਆਂ ਲਏਗਾ। ਮੈਂ 5 ਦਾ 10, ਦੂਸਰਾ ਕ੍ਰਾਂਤੀਆਂ 5 ਦਾ 10 ਆਪ ਦੇ ਲਈ ਪੜ੍ਹ ਰਿਹਾ। ਕਿਉਂ ਜੋ ਅਸਾਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸਿੰਘਾਸਨ ਦੇ ਅੱਗੇ ਪ੍ਰਗਟ ਹੋਣਾ ਹੈ। ਭਾਈ ਹਰੇਕ ਜੋ ਕੁਝ ਉਸਨੇ ਦੇਹੀ ਵਿੱਚ ਕੀਤਾ, ਭਾਵੇਂ ਭਲਾ ਭਾਵੇਂ ਬੁਰਾ, ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹਦਾ ਫਲ ਦੇਵੇਗਾ। ਇਸ ਦੇ ਨਾਲ ਗਲਾਤੀਆਂ ਦੀ ਪੁਸਤਕ 6 ਦਾ 7 ਵੀ ਮੈਂ ਆਪ ਦੇ ਲਈ ਪੜ੍ਹ ਰਿਹਾ। ਇੱਥੇ ਲਿਖਿਆ ਹੈ, ਧੋਖਾ ਨਾ ਖਾਓ, ਪਰਮੇਸ਼ਰ ਠੱਠਿਆਂ ਵਿੱਚ ਨਹੀਂ ਉਡਾਈਦਾ। ਕਿਉਂ ਜੋ ਮਨੁੱਖ ਜੋ ਕੁਝ ਬੀਜਦਾ ਸੋਈ ਵੱਢੇਗਾ ਵੀ। ਜੇ ਤੁਸੀਂ ਰਿਸਪੌਂਸਿਬਿਲਿਟੀ ਦੇ ਨਾਲ ਕੰਮ ਨਹੀਂ ਕੀਤਾ ਤਾਂ ਤੁਸੀਂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ। ਜੇ ਤੁਸੀਂ ਜ਼ਿੰਮੇਵਾਰੀ ਨਾਲ ਕੰਮ ਕੀਤਾ ਤਾਂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋਗੇ। ਇਸੇ ਲਈ ਤਾਂ ਗਲਾਤੀਆਂ ਦੇ ਲਿਖਣ ਵਾਲੇ ਪੌਲਸ ਨੇ ਕਹਿ ਦਿੱਤਾ, ਪਰਮੇਸ਼ਰ ਠੱਠਿਆਂ ਵਿੱਚ ਨਹੀਂ ਉਡਾਈਦਾ। ਕਈ ਲੋਕ ਠੱਠਿਆਂ ਦੇ ਵਿੱਚ ਕਿੱਦਾਂ ਉਡਾਉਂਦੇ ਆ? ਹੁਣ ਪਤਾ ਹੈ ਕਿ ਇਹ ਬੰਦਗੀ ਦਾ ਦਿਨ ਹੈ, ਅਸੀਂ ਬੰਦਗੀ ਦੇ ਵਿੱਚ ਜਾਣਾ ਹੈ, ਪਰ ਕੀ ਕਰਦੇ ਆ? ਰਿਸ਼ਤੇਦਾਰਾਂ ਦੇ ਆਪਣੇ ਨਾਲ ਜਾ ਕੇ ਉੱਥੇ ਉਹਨਾਂ ਨਾਲ ਮौज ਮਸਤੀ ਦੀਆਂ ਗੱਲਾਂ ਕਰਨਾ ਸ਼ੁਰੂ ਕਰ ਦਿੰਦੇ ਆ, ਪਿਕਨਿਕ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ, ਜਾਂ ਹੋਰ ਕੋਈ ਆਪਣਾ ਉਹਨਾਂ ਦੇ ਵਿਆਹ ਆ ਗਿਆ ਜਾਂ ਕਿਸੇ ਤਰ੍ਹਾਂ ਦਾ ਕਾਰਜ ਆ ਗਿਆ, ਉਹਦੇ ਵਿੱਚ ਜਾ ਰਲਦੇ ਆ, ਉਹਨਾਂ ਦੇ ਵਿੱਚ ਆਪਣਾ ਖੁਸ਼ੀਆਂ ਮਨਾਉਂਦੇ ਆ, ਭੰਗੜੇ ਪਾਉਂਦੇ ਆ, ਸਭ ਕੁਝ ਪਾਉਂਦੇ ਆ। ਡੈਟ ਇਜ਼ ਰੋਂਗ। ਇਹ ਵਿਸ਼ਵਾਸੀ ਦੀ ਜ਼ਿੰਦਗੀ ਨਹੀਂ ਹੈ। ਇਹ ਸਾਡੀ ਮਾਈ ਰਿਸਪੌਂਸਿਬਿਲਿਟੀ ਨਹੀਂ ਹੈ। ਮੇਰੀ ਰਿਸਪੌਂਸਿਬਿਲਿਟੀ ਹੈ ਕਿ ਜਿਸ ਪਰਮੇਸ਼ਰ ਨੇ ਮੈਨੂੰ ਨੇਚਾ ਦੇ ਨਾਲ ਚੁਣ ਲਿਆ, ਜਿਸ ਤਰ੍ਹਾਂ ਉਸਨੇ ਮੈਨੂੰ ਬਚਾਇਆ, ਇਸੇ ਤਰ੍ਹਾਂ ਮੈਂ ਉਸ ਸੁਸਮਾਚਾਰ ਨੂੰ, ਉਸ ਖੁਸ਼ਖਬਰੀ ਨੂੰ ਦੂਸਰਿਆਂ ਨੂੰ ਵੀ ਦੇਵਾਂ ਤਾਂ ਕਿ ਉਹ ਵੀ ਬਚ ਜਾਣ। ਕਿਉਂਕਿ ਜੇ ਤੁਹਾਡੇ ਮੋਹਰਿਓਂ ਕੋਈ ਵੀ ਇਸ ਤਰ੍ਹਾਂ ਦਾ ਨਿਕਲ ਗਿਆ, ਯਾਦ ਰੱਖਣਾ ਪਿਆਰਿਓ, ਉਸ ਦਾ ਲੇਖਾ ਤੁਹਾਨੂੰ ਪਰਮੇਸ਼ਰ ਦੇ ਅੱਗੇ ਦੇਣਾ ਪਏਗਾ। ਤੁਸੀਂ ਛੁੱਟ ਨਹੀਂ ਸਕਦੇ।
ਆਪਣੇ ਰਿਸ਼ਤੇਦਾਰਾਂ ਕੋਲ ਗਏ ਹੋ, ਜੇ ਤੁਸੀਂ ਉਹਨਾਂ ਨੂੰ ਪਰਮੇਸ਼ਰ ਦੇ ਵਚਨ ਦੀ ਖੁਸ਼ਖਬਰੀ ਨਹੀਂ ਦਿੰਦੇ, ਤੁਸੀਂ ਉਹਨਾਂ ਨੂੰ ਪਰਮੇਸ਼ਰ ਦਾ ਵਚਨ ਨਹੀਂ ਸੁਣਾਉਂਦੇ, ਜਾਂ ਆਪਣੇ ਦੋਸਤ ਮਿੱਤਰ ਨੂੰ ਪਰਮੇਸ਼ਰ ਦਾ ਵਚਨ ਨਹੀਂ ਸੁਣਾਉਂਦੇ, ਜਾਂ ਆਪਣਾ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੇ ਆਪਣੇ ਬੋਸ ਨੂੰ ਜਾਂ ਆਪਣੇ ਸਹਿਕਰਮੀਆਂ ਨੂੰ ਤੁਸੀਂ ਪਰਮੇਸ਼ਰ ਦਾ ਵਚਨ ਨਹੀਂ ਸੁਣਾਉਂਦੇ, ਤਾਂ ਤੁਸੀਂ ਉਸ ਦਾ ਜਵਾਬ ਦੇਣ ਵਾਲੇ ਹੋਵੋਗੇ। ਯੋਰ ਰਿਸਪੌਂਸਿਬਿਲਟੀ। ਇਸ ਗੱਲ ਨੂੰ ਯਾਦ ਰੱਖੋ, ਪਰਮੇਸ਼ਰ ਨੇ ਤੁਹਾਨੂੰ ਖੁਸ਼ਖਬਰੀ ਦੀ ਵੀ ਜ਼ਿੰਮੇਵਾਰੀ ਦਿੱਤੀ ਹੈ। ਪਹਿਲਾ ਵਿਸ਼ਵਾਸ ਦੀ ਰਖਵਾਲੀ ਕਰਨੀ ਹੈ, ਦੂਸਰਾ ਅਸੀਂ ਆਪਣੀ ਧਾਰਮਿਕਤਾ ਦੇ ਉਸ ਸੰਦੇਸ਼ ਨੂੰ ਖੁਸ਼ਖਬਰੀ ਦੇ ਨਾਲ ਦੂਸਰਿਆਂ ਨੂੰ ਵੰਡਣਾ ਹੈ, ਤੀਸਰਾ ਮੈਂ ਆਪਣੇ ਜੀਵਨ ਨੂੰ ਇਸ ਸੰਸਾਰ ਤੋਂ ਬਚਾ ਕੇ ਰੱਖਣਾ ਹੈ, ਚੌਥਾ ਮੈਂ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਹੈ, ਪੰਜਵਾਂ ਮੈਂ ਪਰਮੇਸ਼ਰ ਦੇ ਨਾਲ ਉਸ ਦੇ ਵਚਨ ਦੇ ਵਿੱਚ ਖਲੋਤੇ ਰਹਿਣਾ ਹੈ ਜਦ ਤੱਕ ਉਹ ਨਾ ਆਵੇ, ਛੇਵਾਂ ਮੈਂ ਪਰਮੇਸ਼ਰ ਦੇ ਅੱਗੇ ਉਸ ਦੇ ਨਾਲ ਉਸ ਦੇ ਲੋਕਾਂ ਦੇ ਲਈ ਭਲਾਈ ਦੇ ਕੰਮ ਕਰਦੇ ਰਹਿਣਾ ਹੈ, ਸੱਤਵਾਂ ਮੈਂ ਪਰਮੇਸ਼ਰ ਦੇ ਲਈ ਪਰਮੇਸ਼ਰ ਦੇ ਘਰ ਦੇ ਲਈ ਕਾਰਜ ਕਰਨਾ ਹੈ। ਜੇ ਮੈਂ ਕੰਮ ਨਹੀਂ ਕਰਦਾ ਹਾਂ ਤਾਂ ਯਾਦ ਰੱਖਣਾ ਮੈਂ ਆਪਣਾ ਜ਼ਿੰਮੇਵਾਰੀ ਤੋਂ ਭੱਜ ਰਿਹਾ ਹਾਂ ਅਤੇ ਪਰਮੇਸ਼ਰ ਇੱਕ ਦਿਨ ਮੇਰੇ ਜੀਵਨ ਤੋਂ ਉਸ ਦਾ ਜ਼ਰੂਰ ਲੇਖਾ ਲਵੇਗਾ। ਹੁਣ ਕਲੀਸਿਆ ਦੇ ਵਿੱਚ ਕਲੀਸਿਆ ਦੀ ਜ਼ਿੰਮੇਵਾਰੀ ਦਾ ਇੱਕ ਪਾਠ ਮੈਂ ਪੜ੍ਹ ਕੇ ਸਮਾਪਤੀ ਦੇ ਵਿੱਚ ਕਰਾਂਗਾ। ਐਲਡਰ ਰਿਸਪੌਂਸਿਬਿਲਟੀ। ਹਿਬਰੂ ਇਬਰਾਨੀਆਂ ਦੀ ਪੁਸਤਕ 13 ਦਾ 17 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇਬਰਾਨੀਆਂ ਦੀ ਪੁਸਤਕ 13 ਦਾ 17 ਆਖਰੀ ਚੈਪਟਰ ਹੈ। ਇੱਥੇ ਲਿਖਿਆ ਹੈ, ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ। ਵਿਸ਼ਵਾਸੀ ਦੀ ਜ਼ਿੰਮੇਵਾਰੀ ਕੀ ਹੈ? ਜੋ ਸਿਖਾਉਣ ਵਾਲੇ ਹੈ, ਜੋ ਐਲਡਰਸ ਹੈ, ਉਹਨਾਂ ਦੇ ਆਗਿਆਕਾਰੀ ਕਰਨੀ ਹੈ ਅਤੇ ਉਹਨਾਂ ਦੇ ਅਧੀਨ ਰਹਿਣਾ ਹੈ। ਆਪਣੀ ਮਰਜ਼ੀ ਨਹੀਂ ਕਰਨੀ ਹੈ, ਉਹਨਾਂ ਦੇ ਅਧੀਨ ਰਹਿਣਾ ਹੈ, ਕਿਉਂ ਜੋ ਉਹ ਉਹਨਾਂ ਵਾਂਗੂ ਜਿਨ੍ਹਾਂ ਦਾ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਹਾਂ। ਮੈਂ ਅਕਸਰ ਅਸੈਂਬਲੀ ਦੇ ਵਿੱਚ ਕਹਿੰਦਾ ਹਾਂ ਕਿ ਮੈਂ ਕੋਈ ਅਜਿਹਾ ਕੰਮ ਨਹੀਂ ਕਰਨਾ ਚਾਹੁੰਦਾ ਜਿਸ ਦੇ ਨਾਲ ਮੈਨੂੰ ਪਰਮੇਸ਼ਰ ਦੇ ਅੱਗੇ ਸ਼ਰਮਿੰਦਾ ਹੋਣਾ ਪਵੇ। ਚਾਹੇ ਅਗਰ ਵਿਸ਼ਵਾਸੀ ਗਲਤ ਹੈ, ਚਾਹੇ ਐਲਡਰ ਗਲਤ ਹੈ, ਮੈਨੂੰ ਉਸ ਨੂੰ ਉਹ ਸੰਦੇਸ਼ ਅਧਿਕਾਰ ਦੇ ਨਾਲ ਦੇਣਾ ਹੈ। ਤੁਸੀਂ ਆਪਣੇ ਆਪ ਨੂੰ ਸੁਧਾਰ ਲਓ, ਕਿਉਂਕਿ ਉਹ ਸੁਧਾਰਨ ਦਾ ਦਿਨ ਨੇੜੇ ਆ ਰਿਹਾ ਹੈ। ਇਸੇ ਕਰਕੇ ਤਾਂ ਯਾਕੂਬ ਨੇ ਕਿਹਾ ਤੁਹਾਡੇ ਵਿੱਚੋਂ ਬਾਲੇ ਉਪਦੇਸ਼ਕ ਨਾ ਬਣਨ, ਕਿਉਂਕਿ ਉਪਦੇਸ਼ਕ ਪਰਮੇਸ਼ਰ ਦੇ ਅੱਗੇ ਜ਼ਿਆਦਾ ਲੇਖਾ ਦੇਣਗੇ। ਅਗਰ ਮੈਂ ਇੱਕ ਵੀ ਵਚਨ ਤੋਂ ਚੁੱਕ ਗਿਆ, ਅਗਰ ਮੈਂ ਇੱਕ ਵੀ ਵਚਨ ਦੀ ਰਿਸਪੌਂਸਿਬਿਲਟੀ ਤੋਂ ਚੁੱਕ ਗਿਆ, ਉਸ ਦਾ ਲੇਖਾ, ਚਾਹੇ ਉਹ ਤੁਹਾਨੂੰ ਆਪਣਾ ਰਾਹ ਦੱਸਣ ਦਾ ਸੀ, ਚਾਹੇ ਉਹ ਤੁਹਾਨੂੰ ਸਿੱਧੇ ਰਾਹ ਦੇ ਉੱਤੇ ਪਾਉਣ ਦਾ ਸੀ, ਤੁਹਾਨੂੰ ਸਮਝਾਉਣ ਦਾ ਸੀ, ਅਗਰ ਮੈਂ ਨਹੀਂ ਕਰਦਾ ਹਾਂ, ਉਹਦਾ ਲੇਖਾ ਪਰਮੇਸ਼ਰ ਮੇਰੇ ਤੋਂ ਲਵੇਗਾ। ਇਸ ਲਈ ਮੈਂ ਕਲੀਸਿਆ ਦੇ ਵਿੱਚ ਕਹਿ ਦਿੰਦਾ ਹਾਂ ਕਿ ਮੈਂ ਮੂੰਹ ਦੇਖਾ ਨਿਆਂ ਨਹੀਂ ਕਰਨਾ ਹੈ। ਅਗਰ ਕੋਈ ਆਪਣਾ ਗਲਤੀ ਕਰਦਾ ਹੈ, ਉਹਨੂੰ ਅਸੈਂਬਲੀ ਦੇ ਵਿੱਚ ਡਿਸਪਲਿਨ ਤਰੀਕੇ ਨਾਲ ਰੱਖਿਆ ਗਿਆ ਹੈ, ਤਾਂ ਉਹਨੂੰ ਡਿਸਪਲਿਨ ਤਰੀਕੇ ਦੇ ਨਾਲ ਹੀ ਚਲਾਉਣਾ ਹੈ। ਔਰ ਇੱਕ ਆਗੂ ਔਰ ਇੱਕ ਆਪਣਾ ਪਰਮੇਸ਼ਰ ਦਾ ਵਚਨ ਸਿਖਾਉਣ ਵਾਲਾ ਇੱਕ ਐਲਡਰ ਆਪਣੇ ਪਰਿਵਾਰ ਦੇ ਵਿੱਚ, ਕਲੀਸਿਆ ਦੇ ਵਿੱਚ, ਸਮਾਜ ਦੇ ਵਿੱਚ, ਆਪਣੇ ਲੋਕਾਂ ਦੇ ਵਿੱਚ ਬਹੁਤ ਗੰਭੀਰ ਹੋਣਾ ਚਾਹੀਦਾ। ਅਗਰ ਉਹ ਗੰਭੀਰ ਨਹੀਂ ਹੈ, ਪਰਮੇਸ਼ਰ ਉਸ ਤੋਂ ਉਸ ਦੇ ਇੱਕ ਇੱਕ ਕੰਮ ਦਾ ਲੇਖਾ ਉਸ ਤੋਂ ਲਵੇਗਾ। ਇੱਥੇ ਇਹੋ ਗੱਲ ਲਿਖੀ ਹੋਈ ਹੈ। ਇਸ ਲਈ ਪਿਆਰੋ, ਜੋ ਜੋ ਜ਼ਿੰਮੇਵਾਰੀ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਸੌਂਪੀ ਹੈ, ਉਸ ਨੂੰ ਅਸੀਂ ਪਰਮੇਸ਼ਰ ਦੇ ਵਚਨ ਦੇ ਨਾਲ ਵਫਾਦਾਰੀ ਨਾਲ ਕਰੀਏ, ਤਾਂ ਕਿ ਪਰਮੇਸ਼ਰ ਦੇ ਨਾਮ ਦੀ ਮਹਿਮਾ ਅਤੇ ਵਡਿਆਈ ਹੋਵੇ। ਜੇ ਤੁਸੀਂ ਆਤਮਿਕ ਤੌਰ ਤੇ ਤਰੱਕੀ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਰਮੇਸ਼ਰ ਦੇ ਘਰ ਦੇ ਵਿੱਚ ਕੋਈ ਕੰਮ ਕਰਨਾ ਹੋਵੇਗਾ। ਪ੍ਰਾਰਥਨਾ ਦੇ ਦੁਆਰਾ ਤੁਹਾਨੂੰ ਲੱਭਣਾ ਚਾਹੀਦਾ ਹੈ, ਪ੍ਰਭੂ ਮੈਨੂੰ ਕਹਿ ਤੇਰੇ ਘਰ ਵਿੱਚ ਮੈਨੂੰ ਕੀ ਕੰਮ ਕਰਨਾ ਹੈ, ਕਿਹੜੀ ਸੇਵਾ ਮੇਰੇ ਲਈ ਹੈ, ਮੈਂ ਉਸ ਨੂੰ ਖੁਸ਼ੀ ਨਾਲ ਕਰਾਂਗਾ। ਉਹ ਜੋ ਕੁਝ ਕਹੇ ਉਸ ਨੂੰ ਕਰੋ। ਅਜਿਹਾ ਕਰਨ ਨਾਲ ਪਵਿੱਤਰ ਆਤਮਾ ਦੇ ਕੰਮ ਦੇ ਦੁਆਰਾ ਅਸੀਂ ਆਤਮਿਕ ਤਰੱਕੀ ਪਾਉਂਦੇ ਹਾਂ। ਜੇ ਚਾਹੁੰਦੇ ਹਾਂ ਕਿ ਅਸੀਂ ਆਤਮਿਕ ਤਰੱਕੀ ਪਾਈਏ, ਤਾਂ ਆਤਮਿਕ ਜ਼ਿੰਮੇਵਾਰੀ ਦੇ ਪ੍ਰਤੀ ਗੰਭੀਰ ਹੋ ਜਾਓ, ਤਾਂ ਕਿ ਪਰਮੇਸ਼ਰ ਦੀ ਆਸ਼ੀਸ਼ ਆਪਣੇ ਜੀਵਨ ਵਿੱਚ ਪ੍ਰਾਪਤ ਕਰ ਸਕੋ। ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਆਸ਼ੀਸ਼ ਦੇਵੇ। ਜੈ ਮਸੀਹ ਦੀ।